ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ। ਸਿੱਖ ਕੌਮ ਮਨਾ ਰਹੀ ਹੈ ਖਾਲਸਾ ਪੰਥ ਦਾ ਸਾਜਨਾ ਦਿਵਸ। ਵਿਸਾਖੀ ਮੌਕੇ ਕਈ ਥਾਈਂ ਭਰੇ ਮੇਲੇ। ਸਿੱਖ ਸੰਗਤਾਂ ਗੁਰੂ ਧਾਮਾਂ 'ਚ ਹੋਈਆਂ ਨਤਮਸਤਕ। ਜਲਿਆਂਵਾਲਾ ਬਾਗ 'ਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਵੱਖ-ਵੱਖ ਰਾਜਨੀਤਿਕ ਆਗੂ। ਸ਼ਹੀਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਂਟ ਕਰ ਸ਼ਹੀਦਾਂ ਨੂੰ ਕੀਤਾ ਨਮਨ। ਸੂਬੇ ਦੀ ਦਾਣਾ ਮੰਡੀਆਂ 'ਚ ਖਰੀਦ ਏਜੰਸੀਆਂ ਦੀ ਹੜਤਾਲ। ਕਿਸਾਨ ਹੋ ਰਹੇ ਨੇ ਖੱਜਲ ਖੁਆਰ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਨ 1699 ਦੀ ਵਿਸਾਖੀ ਦਾ ਦਿਨ ਤਵਾਰੀਖ ਅੰਦਰ ਖਾਸ ਮਹੱਤਵ ਵਾਲਾ ਹੈ, ਕਿਉਂਕਿ ਇਸ ਦਿਨ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਦੁਨੀਆ ਦੇ ਧਾਰਮਿਕ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਅਧਿਆਇ ਅੰਕਿਤ ਕੀਤਾ। ਇਹ ਦਿਹਾੜਾ ਗੁਰੂ ਸਾਹਿਬ ਜੀ ਦੀ ਇੱਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਰਹਿੰਦਾ ਹੈ। ਖਾਲਸਾ ਦਰਸ਼ਕ ਮਨੁੱਖ ਹੈ ਜਿਸ ਦਾ ਜੀਵਨ ਸਮਾਜ ਲਈ ਪ੍ਰੇਰਨਾਮਈ ਹੋਣ ਦੇ ਨਾਲ-ਨਾਲ ਹੱਕ ਸੱਚ ਦੀ ਰਖਵਾਲੀ ਲਈ ਅਡੋਲ ਹੈ ਤੇ ਅਡਿੱਗ ਹੈ। ਇਸ ਵਿੱਚ ਗੁਣਾਂ ਦੀ ਮੁਕੰਮਲਤਾ ਹੈ, ਔਗੁਣ ਨੂੰ ਕੋਈ ਥਾਂ ਨਹੀਂ ਹੈ। ਇਸ ਦੀ ਘਾਟ ਤੇ ਇਸ ਵਿੱਚ 10 ਗੁਰੂ ਸਾਹਿਬਾਨ ਦੀ ਪਵਿੱਤਰ ਵਿਚਾਰਧਾਰਾ ਦਾ ਸ਼ੁਮਾਰ ਹੈ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵਿਸਾਖੀ ਦੇ ਦਿਹਾੜੇ ਤੇ ਖਾਲਸੇ ਦੀ ਸਾਜਨਾ ਕਰਕੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਅਰਥ ਪ੍ਰਦਾਨ ਕੀਤੇ। ਇਸ ਦਿਨ ਜਿੱਥੇ ਇੱਕ ਪਾਸੇ ਗੁਰੂ ਜੀ ਵੱਲੋਂ ਸਾਜੇ ਪੰਜ ਪਿਆਰੇ ਗੁਰੂ ਸਾਹਿਬ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਨਿਹਾਲ ਹੋਏ, ਉੱਥੇ ਦੂਸਰੇ ਪਾਸੇ ਗੁਰੂ ਸਾਹਿਬ ਜੀ ਨੇ ਵੀ ਖਾਲਸੇ ਪਾਸੋਂ ਆਪ ਅੰਮ੍ਰਿਤ ਪਾਨ ਕਰਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਨਿਵੇਕ ਲਈ ਮਿਸਾਲ ਕਾਇਮ ਕੀਤੀ। ਇਸ ਦਿਨ ਤੋਂ ਬਾਅਦ ਹਰ ਸਾਲ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਦਿਵਸ ਮਨਾਇਆ ਜਾਂਦਾ ਹੈ ਤੇ ਵਿਸਾਖੀ ਦੇ ਮੌਕੇ ਤੇ ਮੇਲੇ ਭਰੇ ਜਾਂਦੇ ਨੇ, ਜਿਸ ਦੌਰਾਨ ਸਿੱਖ ਸੰਗਤਾਂ ਗੁਰਦੁਆਰਿਆਂ ਦੇ ਵਿੱਚ ਨਤਮਸਤਕ ਹੁੰਦੀਆਂ। 13 ਅਪ੍ਰੈਲ ਸਨ 1919 ਨੂੰ ਜਲਿਆਂਵਾਲੇ ਬਾਗ ਵਿੱਚ ਅੰਗਰੇਜ਼ਾਂ ਹੱਥੋਂ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਹਿੱਤ ਜ਼ਿਲ੍ਹਾ ਪੱਧਰੀ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਐਮਪੀ ਦੁਸ਼ਯੰਤ ਗੌਤਮ, ਭਾਜਪਾ ਆਗੂ ਸ਼ਵੇਤ ਮਲਿਕ, ਐਮਪੀ ਗੁਰਜੀਤ ਔਜਲਾ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਸਿਹਤ ਮੰਤਰੀ ਲక్ష్ਮੀ ਕਾਂਤਾ ਚਾਵਲਾ ਸਮੇਤ ਅਨੇਕਾਂ ਰਾਜਨੀਤਿਕ ਆਗੂਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ-ਨਾਲ ਅਨੇਕਾਂ ਦੇਸ਼ ਪ੍ਰੇਮੀਆਂ ਨੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਲਿਆਂਵਾਲਾ ਬਾਗ ਵਿਖੇ ਹਰ ਸਾਲ ਸ਼ਰਧਾਂਜਲੀ ਸਮਾਗਮ ਦੌਰਾਨ ਠੀਕ 3:59 ਤੇ ਹੂਟਰ ਵਜਾਇਆ ਗਿਆ ਤੇ 2 ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਹਥਿਆਰੇ ਉਲਟੇ ਕਰਕੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ ਤੇ ਪੰਜਾਬ ਪੁਲਿਸ ਦੇ ਬੈਂਡ ਵੱਲੋਂ ਦੇਸ਼ ਭਗਤੀ ਦੀਆਂ ਧੁਨਾਂ ਵਜਾਈਆਂ ਗਈਆਂ। ਇਸ ਮੌਕੇ ਗੱਲ ਕਰਦੇ ਆਪ ਦੇ ਐਮਐਲਏ ਡਾਕਟਰ ਅਜੇ ਗੁਪਤਾ, ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਂਸਦ ਸ਼ਵੇਤ ਮਲਿਕ ਤੇ ਭਾਜਪਾ ਦੇ ਪੰਜਾਬ ਪ੍ਰਧਾਨ ਮੈਂਬਰ ਪਾਰਲੀਮੈਂਟ ਦੁਸ਼ਯੰਤ ਗੌਤਮ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਲੋਕਾਂ ਵਿੱਚ ਜਲਿਆਂਵਾਲਾ ਬਾਗ ਦੇ ਸ਼ਹੀਦ ਵੀ ਸ਼ਾਮਿਲ ਨੇ, ਜੋ ਕਿ ਉਸ ਸਮੇਂ ਜਲਿਆਂਵਾਲੇ ਬਾਗ ਵਿੱਚ ਮੌਜੂਦ ਸਨ। ਕੁਝ ਵਿਸਾਖੀ ਦੇ ਮੇਲੇ ਕਾਰਨ ਪਹੁੰਚੇ ਹੋਏ ਸਨ ਤੇ ਕੁਝ ਆਪਣੇ ਹਰਮਨ ਪਿਆਰੇ ਨੇਤਾਵਾਂ ਨੂੰ ਸੁਣਨ ਲਈ ਪਹੁੰਚੇ ਸਨ। ਜਿੱਥੇ ਅੰਗਰੇਜ਼ ਹਕੂਮਤ ਦੇ ਜਨਰਲ ਡਾਇਰ ਵੱਲੋਂ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਤੇ ਉਹਨਾਂ ਦੀ ਸ਼ਹਾਦਤ ਵਿੱਚ ਇੱਥੇ ਸ਼ਹੀਦੀ ਸਮਾਰਕ ਵੀ ਬਣਾਇਆ ਗਿਆ ਤੇ ਖੂਨੀ ਖੂਹ ਦਾ ਆਪਣਾ ਹੀ ਇਤਿਹਾਸ ਹੈ। इस मौके पर सांसद हत्याकांड किया गया। 1500 से ज़्यादा लोग यहाँ पर मारे गए थे। सब निर्दोष थे, खाली एक आंदोलन के रूप में यहाँ इकट्ठा थे और एक हल्के से बारीक रास्ते से कहीं निकलने का रास्ता नहीं था। उन्होंने अपनी जान बचाने के लिए यहाँ पर कुएं के अंदर भी कूदे, दीवारें भी फांदी। ऐसे अनेकों लोगों की हत्या की गई। ये अत्याचार अंग्रेज़ों का प्रदर्शित करता है। आज ये कार्यक्रम यहाँ पे हुआ है। यहाँ के कार्यक्रम के द्वारा जनमानस को ये संदेश देने का कार्यक्रम किया गया है कि आज़ादी हमें ऐसे ही प्राप्त नहीं हुई है। आज़ादी के लिए हमारे अनेक फ्रीडम फाइटरों ने कुर्बानी दी है, त्याग दिया है। ये इतिहास का पन्ना नहीं है, ये यादगार लम्हे हैं जिनको याद कर कर आने वाले समय के अंदर देश को बचाने के लिए और भी लोग प्रेरित होंगे। क्यों नहीं मिल पाया? देखो बिल्कुल 103 साल अज हो गए ने। अज उन्होंने असीं याद करना है। जलियांवाले बाग खड़े हैं और जिथे विसाखी के त्यौहार ਦੀਆਂ लोग कई जगह मेले भी लगते हैं क्योंकि कणक पक जाती है, ਉਹਦੇ ਨਾਲ जुड़िया होया त्यौहार है। पर ये मेले ही इत्थे लगा सी ਜਦੋਂ ਇੱਥੇ 13 अप्रैल ਨੂੰ ਇੱਥੇ ਇੱਕ ਸਮਾਗਮ ਹੋ ਰਿਹਾ ਸੀ ਰੌਲਾ ਟੈਕਟ ਦੇ ਵਿਰੁੱਧ, ਔਰ ਉਦੋਂ ਨਰਸੰਹਾਰ ਹੋਇਆ ਸੀ ਇੱਥੇ, ਔਰ ਉਹਨਾਂ ਨੂੰ ਅੱਜ ਅਸੀਂ ਯਾਦ ਕਰਨ ਇੱਥੇ ਪਹੁੰਚੇ ਹਾਂ।
ਔਰ ਉਹਨਾਂ ਦੀ ਬਦੌਲਤ ਹੀ ਅਸੀਂ ਅੱਜ ਇਹਨਾਂ ਚੀਜ਼ਾਂ ਤੇ ਸਾਡੇ ਕੋਲ ਚੀਜ਼ਾਂ ਜਿਹੜੀਆਂ ਹਾਸਲ ਅਸੀਂ ਅੱਜ ਆਜ਼ਾਦੀ ਦੇ ਤੌਰ ਤੇ ਲੈ ਰਹੇ ਹਾਂ, ਸਾਹ ਲੈ ਰਹੇ ਹਾਂ, ਆਜ਼ਾਦ ਫਿਜ਼ਾ ਦੇ ਵਿੱਚ ਆਜ਼ਾਦ ਘੁੰਮ ਰਹੇ ਹਾਂ, ਇਹ ਉਹਨਾਂ ਦੀ ਬਦੌਲਤ ਹੈ। ਜਿਹੜੀਆਂ ਕੁਝ ਚੀਜ਼ਾਂ ਰਹੀਆਂ ਨੇ, ਜਿਹੜੀਆਂ ਚੀਜ਼ਾਂ ਉਹਨਾਂ ਤੱਕ ਨਹੀਂ ਹੋ ਸਕੀਆਂ, ਕਿਉਂਕਿ ਮੈਂ ਹੁਣੇ ਗੱਲ ਕਰਦਾ ਇਹਨਾਂ ਨੂੰ ਸੁਣ ਰਿਹਾ ਸੀ, ਇਹਨਾਂ ਨੇ ਸੋਨੀ ਸਾਹਿਬ ਦਾ ਇਹਨਾਂ ਨੇ ਧੰਨਵਾਦ ਵੀ ਕੀਤਾ ਕਿ ਅਸੀਂ ਜਿਹੜੇ ਮਸਲੇ ਤੁਹਾਨੂੰ ਦਿੱਤੇ ਸੀ ਉਹ ਹੋ ਗਏ ਨੇ, ਤੇ ਕੁਝ ਮਸਲੇ ਸਾਡੇ ਰਹਿ ਗਏ ਨੇ ਜਿਹੜੇ ਸੈਂਟਰ ਨਾਲ ਰਿਲੇਟਡ ਹੋਣਗੇ। ਉਹ ਮੈਂ ਇਹਨਾਂ ਨੂੰ ਪਿਛਲੀ ਵਾਰੀ ਵੀ ਮੈਂ ਇਹਨਾਂ ਨੂੰ ਮਿਲਿਆ ਸੀ ਔਰ ਬਾਅਦ ਦੇ ਵਿੱਚ ਇਹਨਾਂ ਨਾਲ ਰਾਬਤਾ ਵੀ ਹੋਇਆ ਵਾ। ਉਹ ਜਲਦੀ ਜਿਹੜੇ ਸੈਂਟਰ ਦੇ ਧਿਆਨ 'ਚ ਲਿਆ ਕੇ ਉਹਨਾਂ ਨੂੰ ਅਸੀਂ ਇਸ ਗੱਲ ਲਈ ਮਜਬੂਰ ਕਰਾਂਗੇ ਕਿ ਉਹ ਮਸਲੇ ਜ਼ਰੂਰੀ ਨੇ, ਕਿਉਂਕਿ ਇਹ ਤੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ। ਅੱਜ ਦੇ ਦਿਨ 13 ਅਪ੍ਰੈਲ 1919 ਵਾਲੇ ਦਿਨ ਸਾਡੇ ਨਿਹੱਥੇ ਸ਼ਹਿਰੀਆਂ ਦੇ ਇਸੇ ਹੀ ਜਲਿਆਂਵਾਲੇ ਬਾਗ ਦੀ ਇਤਿਹਾਸਕ ਧਰਤੀ ਦੇ ਉਹਨਾਂ ਨੇ ਲੋਕਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ। ਕਾਫੀ ਲੋਕ ਜਿਹੜੇ ਨੇ ਉਸ ਵੇਲੇ ਸ਼ਹੀਦੀਆਂ ਦੇ ਗਏ। ਅੱਜ ਅਸੀਂ ਉਹਨਾਂ ਸ਼ਹੀਦਾਂ ਦੀ ਬਦੌਲਤ, ਕਿਉਂਕਿ 13 ਅਪ੍ਰੈਲ 1919 ਨੂੰ ਆਜ਼ਾਦੀ ਦੀ ਮੂਵਮੈਂਟ ਇੱਥੇ ਧਰਤੀ ਤੋਂ ਸਟਾਰਟ ਹੋਈ ਸੀ। 15 ਅਗਸਤ 1947 ਨੂੰ ਸਾਨੂੰ ਇਹ ਆਜ਼ਾਦੀ ਹਾਸਲ ਹੋਈ ਸੀ। ਸੋ ਇਹਦੇ 'ਚ ਬਹੁਤ ਵੱਡਾ ਯੋਗਦਾਨ ਜਿਹੜਾ ਸਾਡੇ ਇਹਨਾਂ ਸ਼ਹੀਦਾਂ ਦਾ। ਸੋ ਮੈਂ ਸਮਝਦਾ ਹਮੇਸ਼ਾ ਹਰ ਸਾਲ ਹੀ ਕਾਂਗਰਸ ਪਾਰਟੀ ਵੱਲੋਂ ਇੱਥੇ ਆਣ ਕੇ ਅਸੀਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ। ਸੋ ਸਾਡਾ ਫਰਜ਼ ਵੀ ਬਣਦਾ। ਸੋ ਸਾਨੂੰ ਇਹ ਜਿਹੜੀ ਕੀਮਤੀ ਆਜ਼ਾਦੀ ਆ ਉਹਨੂੰ ਸੰਭਾਲ ਕੇ ਰੱਖਣਾ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਸੋ ਹਮੇਸ਼ਾ ਹੀ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੀ ਦੇਸ਼ ਦੀ ਏਕਤਾ ਦੇ ਖੰਤਰ ਲਈ ਹਮੇਸ਼ਾ ਸਾਨੂੰ ਤਿਆਰ ਰਹਿਣਾ ਚਾਹੀਦਾ। 1919 ਨੂੰ ਜੋ ਭੀਸ਼ਣ ਹੱਤਿਆਕਾंड ਹੋਇਆ, ਨਿਆਂ ਹੋਇਆ, ਰੌਲਟ ਐਕਟ ਦੇ ਖਿਲਾਫ ਪਿਛਲੂ ਜੀ ਦੇ ਖਿਲਾਫ ਕੁਝ ਨਿਰਦੋਸ਼ ਲੋਕ ਬੈਠਕ ਕਰ ਰਹੇ ਸੀ ਔਰ ਜ਼ਿਆਦਾਤਰ ਲੋਕ ਉਹ ਸੀ ਜਿਹੜੇ ਆਪਣੇ ਬੱਚਿਆਂ ਨਾਲ, ਪਰਿਵਾਰਾਂ ਨਾਲ ਵਿਸਾਖੀ ਮਨਾ ਰਹੇ ਸੀ। ਉਸ ਸਮੇਂ ਸ਼ਾਮ ਨੂੰ ਜਨਰਲ ਡਾਇਰ ਆਇਆ ਔਰ ਉਸ ਹਥਿਆਰੇ ਡਾਇਰ ਨੇ ਫਾਇਰ ਕਰਕੇ ਸੈਂਕੜੋਂ ਲੋਕ ਸ਼ਹੀਦ ਕਰਤੇ। ਖੂਨੀ ਕੂਆ ਭਰ ਗਿਆ। 120 ਜਿਹੜੀਆਂ ਡੈਡ ਬੋਡੀਜ਼ ਸੀਗੀਆਂ, ਸ਼ਹੀਦ ਹੋ ਗਏ ਲੋਕ, ਉਹਦੇ 'ਚੋਂ ਪ੍ਰਾਪਤ ਹੋਈਆਂ। ਕੋਈ ਦੀਵਾਰ ਤੇ ਖੜਾ ਸ਼ਹੀਦ ਹੋ ਗਿਆ, ਕੋਈ ਬਾਗ ਵਿੱਚ ਬੈਠਾ ਸ਼ਹੀਦ ਹੋ ਗਿਆ। ਸੈਂਕੜੋਂ ਲੋਕ ਆਪਣੀ ਜਾਨ ਗਵਾ ਬੈਠੇ ਔਰ ਉਹਨਾਂ ਦਾ ਕੋਈ ਦੋਸ਼ ਨਹੀਂ ਸੀ। ਸੋ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਉਹ ਚੇਅਰਮੈਨ ਨੇ ਨੈਸ਼ਨਲ ਮੈਮੋਰੀਅਲ ਟਰਸਟ ਜਿਹੜਾ ਜਲਿਆਂਵਾਲੇ ਬਾਗ ਦਾ, ਮੈਨੂੰ ਉਹਨਾਂ ਨੇ ਟਰਸਟੀ ਬਣਾਇਆ। ਅਸੀਂ ਜਲਿਆਂਵਾਲੇ ਬਾਗ ਵਿੱਚ ਕਿ ਇੱਕ ਪੈਟਰੀਓਟਿਕ ਇਮੋਸ਼ਨਸ ਹੋਣ, ਸ਼ਹੀਦਾਂ ਦੇ ਪ੍ਰਤੀ ਇੱਕ ਸ਼ਰਧਾਂਜਲੀ ਦੀ ਭਾਵਨਾ ਨਿਯਮਿਤ ਹੋਏ। ਅਸੀਂ ਇੱਥੇ ਬਹੁਤ ਸੁਧਾਰ ਕੀਤਾ ਹੈ, ਜਿਹਦੇ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਹੈ, ਜਿਹਦੇ ਸ਼ਹੀਦੀ ਸਾਕੇ ਬਾਰੇ ਪਤਾ ਲੱਗਦਾ ਹੈ। ਇੱਕ ਡਿਜੀਟਲ ਥੀਏਟਰ ਬਣਾਇਆ ਹੈ ਜਿੱਥੇ 3 ਡਾਇਮੈਂਸ਼ਨਲ ਪਤਾ ਲੱਗਦਾ ਜਲਿਆਂਵਾਲੇ ਬਾਗ ਬਾਰੇ। ਇੱਥੇ ਸੁੰਦਰ ਲੈਂਡਸਕੇਪਿੰਗ ਕੀਤੀ ਹੈ, ਲਾਈਟਿੰਗ ਕੀਤੀ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚੱਲਦੀ ਟ੍ਰੇਨ ਵਿੱਚ ਨੌਜਵਾਨ ਭੱਜ ਕੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਜੋ ਕਿ ਅਚਾਨਕ ਕਿਸੇ ਵਿੱਚ ਲੱਗਦਾ ਹੈ ਤੇ ਗਿਰ ਜਾਂਦਾ ਹੈ। ਜਿਸ ਨੂੰ ਬਚਾਉਣ ਲਈ ਪੁਲਿਸ ਮੁਲਾਜ਼ਮ ਵੀ ਭੱਜਦੇ ਨੇ, ਪਰ ਅਚਾਨਕ ਉਸ ਦਾ ਹੱਥ ਛੁੱਟ ਜਾਂਦਾ ਹੈ, ਪਰ ਬੰਦੇ ਦੀ ਜਾਨ ਬਚ ਜਾਂਦੀ ਹੈ, ਜਿਸ ਨੂੰ ਅਸੀਂ ਉਕਤ ਵਿਅਕਤੀ ਦੀ ਅਣਗਹਿਲੀ ਕਹਿ ਸਕਦੇ ਹਾਂ, ਜਿਸ ਵਿੱਚ ਉਸ ਦੀ ਜਾਨ ਵੀ ਜਾ ਸਕਦੀ ਸੀ। ਭਲੇ ਹੀ ਵਿਸਾਖੀ ਦੇ ਤਿਉਹਾਰ ਤੇ ਕਿਸਾਨ ਬੇहद ਖੁਸ਼ ਨਜ਼ਰ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ 6 ਮਹੀਨਿਆਂ ਦੀ ਕੜੀ ਮਿਹਨਤ ਤੋਂ ਬਾਅਦ ਸੋਨੇ ਵਾਂਗ ਤਿਆਰ ਕਣਕ ਮੰਡੀ ਵਿੱਚ ਜਾ ਕੇ ਵਿਕੇਗੀ ਤੇ ਉਹ ਆਪਣੇ ਲਈ ਰੋਜ਼ੀ ਰੋਟੀ ਦਾ ਹਿੱਲਾ ਵਸੀਲਾ ਕਰਨਗੇ। ਪਰ ਇਸ ਵਾਰ ਕਿਸਾਨ ਵਿਸਾਖੀ ਦੇ ਤਿਉਹਾਰ ਮੌਕੇ ਨਿਰਾਸ਼ ਨਜ਼ਰ ਆ ਰਹੇ ਨੇ, ਕਿਉਂਕਿ ਕੇਂਦਰ ਦੀਆਂ ਏਜੰਸੀਆਂ ਦੇ ਵੱਲੋਂ ਕਣਕ ਦੀ ਸਰਕਾਰੀ ਖਰੀਦ ਰੋਕ ਦਿੱਤੀ ਗਈ ਹੈ ਤੇ ਖਰੀਦ ਏਜੰਸੀਆਂ ਹੜਤਾਲ ਤੇ ਚਲੀਆਂ ਗਈਆਂ ਨੇ, ਜਿਸ ਤੋਂ ਬਾਅਦ ਮੰਡੀ ਵਿੱਚ ਪਹੁੰਚੇ ਕਿਸਾਨਾਂ ਨੂੰ ਫਸਲ ਸੰਭਾਲਣ ਲਈ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਨੇ। ਉੱਥੇ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਸਰਕਾਰ ਦੇ ਖਿਲਾਫ ਆਪਣਾ ਰੋਸ ਵੀ ਜ਼ਾਹਿਰ ਕੀਤਾ ਗਿਆ। ਜਿਹੜੀ ਇਹ ਫਸਲ ਬੰਦ ਹੋਈ ਜੀ, ਇਹੋ ਗੱਲ ਕਹਿਣੀ ਚਾਹੁੰਦੇ ਆ ਕਿ ਸੈਂਟਰ ਸਰਕਾਰ FCI ਦੀ ਨਾਦਰਸ਼ਾਹੀ ਹੁਕਮ ਜਾਰੀ ਕਰਦੀ ਹੈ। ਇਹੋ ਜਿਹੇ ਹੁਕਮ ਜਾਰੀ ਕਰਦੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ, ਮੈਨੂੰ ਲੱਗਦਾ ਹੈ ਕੋਈ ਵਸਣ ਨਹੀਂ ਦੇਣਾ ਚਾਹੁੰਦੇ, ਪੰਜਾਬ ਸਟੇਟ ਨੂੰ ਉਜਾੜਨ ਦੇ ਮੂਡ 'ਚ ਨੇ ਪੂਰੇ। ਤੇ ਇਹੋ ਜਿਹੇ ਕਾਨੂੰਨ ਬਣਾਈ ਜਾਂਦੇ ਆ ਜਿਹੜੇ ਕਿ ਉਹਨਾਂ ਦੇ ਅਧਿਕਾਰ ਖੇਤਰ 'ਚ ਵੀ ਨਹੀਂ ਹੈਗੇ। ਉਹ ਇੰਸਪੈਕਟਰਾਂ ਤੇ ਹੋਣ, ਉਹ ਆੜ੍ਹਤੀਆਂ ਤੇ ਹੋਣ, ਉਹ ਲੇਬਰ ਤੇ ਹੋਣ, ਇਹੋ ਜਿਹੀ ਸਮੱਸਿਆ ਖੜੀ ਕਰੀ ਜਾਂਦੇ ਜਿਹਦੇ ਨਾਲ ਕਿ ਬਦੋ-ਬਦੀ ਮੁਸ਼ਕਲ ਜਿਹੜੀ ਹੈ ਉਹ ਖਰੀਦ ਦੇ ਵਿੱਚ ਆ ਰਹੀ ਹੈ। ਇਸ ਕਰਕੇ ਅੱਜ ਇੰਸਪੈਕਟਰਾਂ ਨੇ ਸਟ੍ਰਾਈਕ ਕੀਤੀ। ਅੱਜ ਮੰਡੀਆਂ ਵਿੱਚ ਕੋਈ ਵੀ ਇੰਸਪੈਕਟਰ ਮੰਡੀਆਂ 'ਚ ਨਹੀਂ ਪਹੁੰਚਿਆ। ਕਣਕ ਜ਼ਿਮੀਂਦਾਰ ਕਿਸਾਨ ਵੀਰ ਲੈ ਕੇ ਆਏ ਨੇ ਤੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਿਹੜੀ ਹੈ ਉਹ ਸਰਕਾਰ ਨੂੰ ਚੁੱਕਣੀ ਚਾਹੀਦੀ ਹੈ। ਬਾਰੇ ਛੇਤੀ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ, ਕਿਉਂਕਿ ਮੌਸਮ ਦੀ ਵੀ ਖਰਾਬੀ ਕਿਸੇ ਵੇਲੇ ਹੋ ਸਕਦੀ, ਉਹਦੇ ਨਾਲ ਫਸਲ ਖਰਾਬ ਹੋ ਸਕਦੀ ਹੈ।
ਅੰਮ੍ਰਿਤਸਰ ਦੇ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਬ੍ਰਾਂਚ ਜੋ ਕਿ ਪੁਤਲੀ ਘਰ ਰੋਡ ਤੇ ਹੈ, ਸਕੂਲ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਕੂਲ ਸਮੇਂ ਵਿੱਚ ਜਦੋਂ ਕਿ ਬੱਚੇ ਆਪਣੀਆਂ ਕਲਾਸਾਂ ਵਿੱਚ ਪੜ੍ਹ ਰਹੇ ਸਨ। 9ਵੀਂ ਕਲਾਸ ਵਿੱਚ ਏਸੀ ਦੇ ਕੋਲੋਂ ਜਦੋਂ ਧੂੰਆਂ ਨਿਕਲਦਾ ਵੇਖਿਆ ਗਿਆ ਤੇ ਬੱਚੇ ਇੱਕਦਮ ਘਬਰਾ ਗਏ, ਪਰ ਕਲਾਸ ਅਧਿਆਪਕ ਵੱਲੋਂ ਸਾਰੇ ਬੱਚਿਆਂ ਨੂੰ ਸਮੇਂ ਸਿਰ ਹੀ ਬਾਹਰ ਕੱਢ ਲਿਆ ਗਿਆ ਤੇ ਆਲੇ ਦੁਆਲੇ ਦੀਆਂ ਕਲਾਸਾਂ ਦੇ ਬੱਚੇ ਵੀ ਬਾਹਰ ਕੱਢ ਲਏ ਗਏ, ਜਿਸ ਦੀ ਸੂਚਨਾ ਪ੍ਰਿੰਸੀਪਲ ਧਰਮਵੀਰ ਸਿੰਘ ਨੇ ਦਮਕਲ ਵਿਭਾਗ ਨੂੰ ਦਿੱਤੀ, ਜਿਨ੍ਹਾਂ ਵੱਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਸ ਦੀ ਸੂਚਨਾ ਮੌਕੇ ਤੇ ਪੁਲਿਸ ਨੂੰ ਵੀ ਦਿੱਤੀ ਗਈ, ਪਰ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਮੰਡੀਆਂ ਵਿੱਚ ਕਿਸਾਨਾਂ ਨੂੰ ਇਨੇ ਦਿਨੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਪਾਸੇ ਖਰੀਦ ਏਜੰਸੀਆਂ ਦੇ ਮੁਲਾਜ਼ਮ ਹੜਤਾਲ ਤੇ ਚਲੇ ਗਏ ਨੇ, ਦੂਜੇ ਪਾਸੇ ਕਿਸਾਨ ਮਾੜੇ ਹਾਲ ਵਿੱਚੋਂ ਹੋ ਕੇ ਜਾ ਰਹੇ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ, ਜਿਸ ਦੀ ਖਰੀਦ ਨਹੀਂ ਹੋ ਪਾ ਰਹੀ। ਕਿਸਾਨਾਂ ਨੇ ਦੱਸਿਆ ਕਿ ਉਹ ਤਾਂ ਪਹਿਲਾਂ ਹੀ ਮਾੜੇ ਹਾਲਾਤਾਂ ਤੋਂ ਗੁਜ਼ਰ ਰਹੇ ਨੇ, ਪਰ ਉੱਪਰ ਤੋਂ ਮੰਡੀ ਵਿੱਚ ਕਾਟ ਕੱਟੀ ਜਾ ਰਹੀ ਹੈ। ਇਸ ਤਰ੍ਹਾਂ ਉਹਨਾਂ ਦੇ ਹਾਲਾਤ ਕਿਵੇਂ ਸੁਧਰਨਗੇ? ਇਸ ਮਾਮਲੇ ਵਿੱਚ ਜਦੋਂ ਮੰਡੀ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੇ ਟੀਮ ਨੂੰ ਭੇਜਿਆ ਗਿਆ ਹੈ ਤੇ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕੁਝ ਕਿਸਾਨਾਂ ਦੀ ਸ਼ਿਕਾਇਤ ਸੀਗੀ ਵੀ ਉਹਨਾਂ ਦੀ ਜਿਹੜੀ ਹੈ ਕਾਟ ਕੱਟੀ ਜਾ ਰਹੀ ਹੈ, ਕੀ ਕਾਰਨ ਹੈ ਵੀ ਮਤਲਬ ਜਿਹੜੀ ਕਾਟ ਕੱਟੀ ਜਾ ਰਹੀ ਹੈ ਤੇ ਜੇ ਮਤਲਬ ਕਿ ਐਵੇਂ ਦੀ ਤੁਹਾਡੇ ਸਾਹਮਣੇ ਕਿੰਨੇ ਕੁ ਜਿਹੜੇ ਕਿ ਆਏ? ਇਹ ਸਰ ਹੁਣੇ ਨੋਟਿਸ ਲੈਂਦਾ ਤੁਸੀਂ, ਮੈਂ ਟੀਮਾਂ ਭੇਜਤੀਆਂ ਸਾਰੇ ਪਾਸੇ ਕਿ ਅਸੀਂ ਇਨਕੁਆਇਰੀ ਕਰਕੇ ਜਿਹੜੇ ਆੜ੍ਹਤੀਏ ਨੇ ਵੀ ਜਾਂ ਕਿਸੇ ਨੇ ਵੀ ਕੁਝ ਕੀਤਾ ਹੋਇਆ ਹੈ ਜਾਂ ਕੰਮ ਤਾਂ ਉਹਦੇ ਵਿਰੁੱਧ ਜਿਹੜੀ ਲਾਇਸੈਂਸਬੰਦੀ ਸਸਪੈਂਡ ਕਰਨ ਦੀ ਕਾਰਵਾਈ ਜਿਹੜੀ ਅਸੀਂ ਤੁਰੰਤ ਕਰਾਂਗੇ। ਮੁਸ਼ਕਲ ਤਾਂ ਇਹੋ ਹੀ ਹੈ ਜੀ, ਹੁਣ ਜਿਹੜਾ ਇਹੋ ਹੀ ਕਹਿ ਰਹੇ ਨੇ ਸਾਰੇ ਵੀ 2 ਕਿਲੋ ਕਾਟ ਕੱਟਾਂਗੇ ਤੇ ਬਾਰਦਾਨਾ ਇਹਨਾਂ ਕੋਲ ਸਭ ਕੁਝ ਹੈਗਾ ਤੇ ਜਾਣ ਕੇ ਹੀ ਇਹਨਾਂ ਨੇ ਮਤਲਬ ਕਿ ਜ਼ਿਮੀਂਦਾਰ ਨੂੰ ਖਰਾਬ ਕਰਨ ਦੀ ਲੋੜ ਏ ਤੇ ਦੁਨੀਆ ਨੂੰ ਖਰਾਬ ਕਰਨ ਡਏ ਨੇ ਜ਼ਿਮੀਂਦਾਰਾਂ ਨੂੰ, ਤੇ ਜ਼ਿਮੀਂਦਾਰਾਂ ਨੇ ਖਰਾਬ ਹੋਣਾ ਹੀ ਹੈ, ਏਜੰਸੀਆਂ ਖਰਾਬ ਕਰਦੀਆਂ ਨੇ। ਅਮਰੀਕਾ ਵਰਗੇ ਮੁਲਕ ਵਿੱਚ ਪੈਸੇ ਕਮਾਉਣ ਦੀ ਇੱਛਾ ਰੱਖ ਕੇ ਗਏ ਇੱਕ ਨੌਜਵਾਨ ਦੀ ਅਮਰੀਕਾ ਤੋਂ ਪਹਿਲਾਂ ਪੈਂਦੇ ਤੰਜਾਨੀਆ ਸ਼ਹਿਰ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਏਜੰਟ ਵੱਲੋਂ ਪੂਰੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦੇ ਲੜਕੇ ਨੂੰ ਮਰਵਾਇਆ ਗਿਆ। ਧਰਮਨਗਰੀ ਭੇਵਾ ਦੇ 18 ਸਾਲਾ ਸੰਜੋਤ ਸਿੰਘ ਤੇ ਪਰਿਵਾਰ ਨੂੰ ਪਤਾ ਵੀ ਨਹੀਂ ਸੀ ਕਿ ਵਿਦੇਸ਼ ਜਾਣ ਦੀ ਚਾਹਤ ਵਿੱਚ ਲੱਖਾਂ ਰੁਪਏ ਉਹਨਾਂ ਨੂੰ ਗਵਾਉਣੇ ਪੈਣਗੇ, ਨਾਲ ਹੀ ਆਪਣੇ ਕਲੇਜੇ ਦੇ ਟੁਕੜੇ ਨੂੰ ਵੀ ਹੱਥੋਂ ਗਵਾਉਣਾ ਪਵੇਗਾ। ਸੰਜੋਤ ਦੀ ਤੰਜਾਨੀਆ ਸ਼ਹਿਰ ਵਿਖੇ ਹੋਈ ਮੌਤ ਦੀ ਖਬਰ ਸੁਣਦਿਆਂ ਹੀ ਉਸਦੇ ਪਰਿਵਾਰ ਵਾਲਿਆਂ ਦਾ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਭੈਣ ਦਾ ਕਹਿਣਾ ਹੈ ਕਿ ਉਸਦੇ ਭਰਾ ਨੂੰ ਏਜੰਟ ਨੇ ਸਾਜ਼ਿਸ਼ ਤਹਿਤ ਮਰਵਾਇਆ। ਉਹਨਾਂ ਕਿਹਾ ਕਿ ਉਹਨਾਂ ਦੇ ਭਰਾ ਦੀ ਮ੍ਰਿਤਕ ਦੇ ਜਲਦ ਲਿਆਂਦੀ ਜਾਵੇ ਤਾਂ ਜੋ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣ। ਨਾਲ ਹੀ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। सर उसने संदीप ने एप्लीकेशन दी है जी कि मेरा भतीजा नवजोत सिंह को 6 महीने पहले अमेरिका भेजने के लिए हमारी राजपाल कश्यप एजेंट के उससे बात हुई थी जी। इसने उसको मेरे भतीजे को कीनिया भेज दिया था जी। फिर वहाँ कीनिया होटल में रहा, फिर उसने जी अपना 3 महीने बाद राजपाल एजेंट ने जवाब दे दिया मैं मेरे बस की बात नहीं है, तो मैं इसको अमेरिका भेज सकता हूँ जी। तो हमने फिर बरनाले का एजेंट संजय सैनी से उससे बात होगी हमारी जी, वो बोले भाई मैं भेज देगा जी। फिर संजय सैनी ने 30 को तंजानिया भेज दिया मेरे भतीजे को जी, और परसों उससे बात हुई, वो जवाब देगा भाई मैं नहीं भेज सकता जी। फिर हमारी बातचीत हुई, मैनेजर कह दिया। तो कल मेरे भतीजे ने वहाँ आत्महत्या कर ली होटल में जी। फिर हमने पर्चा दर्ज कर दिया जी। फिर उनने नंबर दिया जी, वहाँ होटल के मैनेजर का नंबर दिया जी। फिर मेरी बात हुई होटल के मैनेजर से जी, वो बोले जी यहाँ हमने रूम दे रखा था जी। मैंने उससे रूम की पेमेंट लेने के लिए दरवाज़ा खड़काया जी, तो दरवाज़ा नहीं खोलिया जी। फिर हमने दूसरी चाबी लेकर लॉक खोलिया उसका, जो उसने अपने पढ़ने से बस सुसाइड कर लिया जी। फिर मैंने वहाँ की पुलिस को सूचना करी जी, पुलिस ने अपना उसको ले गया हॉस्पिटल में पोस्टमार्टम के लिए। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।